जेता समुंद सागर नीर भरिया, तेते अगण हमारे। दया करो किस मेहर उपावो, डुबदे पत्थर तारे। जियड़ा अगन बराबर तपै, भीतर वगे काती। प्रणवत नानक हुक्म पछाणै, सुख होवै दिन राती। जियड़ा अगन बराबर तपै, भीतर वगे गाती। प्रणवत नानक हुक्म पछाणै, सुख होवै दिन राती। राजा न राज, पाना न पान, देवा न देव। उपमा महान चवर छतर, तख्त दे मालक। जुगो जुग अटल, आद श्री गुरु ग्रंथ साहिब जीओ महाराज। सतगुरां दे पावन बचना नु सरवण कर रहे गुर साध संगत जीओ। धन धन सतवें पातशाह गुरु हर राय साहिब जीओ महाराज। करो कृपा आप ही वरतो, अपने बचना दी विचार आप ही करवा लो। करो कृपा गुरु की प्यारी साध संगत जीओ। सुरत जोड़िए गुरुदेव दे चरना दे अंदर, आपो अपनी हाजरी लवाइए। सतगुरां दी बख्शिश दोहराइए, फतेह बुलाइए जी। वाहिगुरु जी का खालसा, वाहिगुरु जी की फतेह। धन धन सतवें पातशाह हर राय साहिब जीओ महाराज। गुरु गोबिंद सिंह जी बचन करन लगे। अर्जन हर गोबिंद नाओ, सिमराओ श्री हर राय। हर राय साहिब जी दे ध्यान दे नाल तीन गल्लां सिद्धियां स्पष्ट ने। वो है सब तो पहला गुरु बाणी दा अदब, दूजा सही सिद्धांत, तीसरा हर राय साहिब नूं सिमरन वालियां दी रहमतां दे नाल सतवें पातशाह झोलियां भरदे ने। इन्हां दी जो आमद है ਉਹ बाबा गुरदित्ता जी दे घरे हुई है। अज दी विचार विच अते जो कल विचार करनी है, इन्हां दोनों ही विचारां दे विच सब तो ज़्यादा सानू ध्यान रखना पैना। सुचेत मन हो के विचारा फिर समझ पैनी है। सतवें पातशाह दी विचार करन लई आपां नूं हर गोबिंद राय साहिब जी महाराज जी दे इतिहास दे थोड़े जे दर्शन करने पैणगे। क्योंकि सतवें पातशाह
ਛੇਵੇਂ ਪਾਤਸ਼ਾਹ ਜੀ ਦੇ ਪੋਤੇ ਨੇ। ਧੰਨ ਧੰਨ ਹਰਗੋਬਿੰਦ ਰਾਏ ਸਾਹਿਬ ਜੀਓ ਮਹਾਰਾਜ। ਕਿਉਂਕਿ ਮਨ ਦਾ ਟਿਕਾ ਇਸ ਵਿਚਾਰ ਲਈ ਬਹੁਤ ਜ਼ਰੂਰੀ ਹੈ। ਮੀਰੀ ਪੀਰੀ ਦੇ ਮਾਲਕ ਦੇ ਘਰੇ ਨਗਰ ਡਰੋਲੀ ਵਿਖੇ ਬਾਬਾ ਗੁਰਦਿੱਤਾ ਜੀ ਦੀ ਆਮਦ ਹੋਈ ਹੈ। ਧੰਨ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ 5 ਪੁੱਤਰ ਨੇ ਅਤੇ 1 ਧੀ ਹੈ। ਸਭ ਤੋਂ ਵੱਡੇ ਵੱਡੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ। ਦੂਜੀ ਇਹਨਾਂ ਦੀ ਬੇਟੀ ਹੈ ਬੀਬੀ ਬੀਰੋ ਜੀ। ਤੀਜੇ ਬਾਬਾ ਅਟਲ ਰਾਏ ਜੀ। ਚੌਥੇ ਬਾਬਾ ਅਣੀ ਰਾਏ ਜੀ। ਪੰਜਵੇਂ ਬਾਬਾ ਸੂਰਜ ਮੱਲ ਜੀ। ਅਤੇ ਜਿਹੜੇ 4 ਭਰਾਵਾਂ ਤੋਂ ਅਤੇ 1 ਭੈਣ ਤੋਂ ਸਭ ਤੋਂ ਛੋਟੇ ਨੇ ਉਹ ਹਨ ਗੁਰੂ ਤੇਗ ਬਹਾਦਰ ਜੀ। 6 ਸੰਤਾਨ ਹਨ ਮੀਰੀ ਪੀਰੀ ਦੇ ਮਾਲਕ ਦੇ ਘਰ ਵਿਖੇ। ਜਦੋਂ ਬਾਬਾ ਗੁਰਦਿੱਤਾ ਜੀ ਦੀ ਆਮਦ ਹੋਈ ਨਗਰ ਡਰੋਲੀ ਦੇ ਵਿੱਚ, 6ਵੇਂ ਪਾਤਸ਼ਾਹ ਆਪ ਤੇ ਬਾਬਾ ਬੁੱਢਾ ਜੀ ਦੇਖਣ ਲਈ ਗਏ। ਜਦੋਂ ਬਾਬਾ ਬੁੱਢਾ ਜੀ ਨੇ ਉਸ ਬੱਚੇ ਨੂੰ ਹੱਥ ਵਿੱਚ ਤੱਕਿਆ, ਦੇਖ ਕੇ ਕਹਿਣ ਲੱਗੇ, ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ। ਸਤਿਗੁਰੂ ਬੋਲੇ, ਹਾਂਜੀ ਬਾਬਾ ਜੀ। ਤੇ ਕਹਿਣ ਲੱਗੇ, ਸਤਿਗੁਰੂ, ਜੋ ਇਸ ਬੱਚੇ ਨੇ ਇਸ ਘਰ ਦੇ ਵਿੱਚ ਆਮਦ ਲਈ ਹੈ, ਇਹਦੇ ਦੇਖਣ ਤੇ ਝਲਕਾਰਾ ਗੁਰੂ ਨਾਨਕ ਸਾਹਿਬ ਦਾ ਪਿਆ ਪੈਂਦਾ ਹੈ। ਬਾਬਾ ਗੁਰਦਿੱਤਾ ਜੀ ਨੂੰ ਦੇਖਣ ਦੇ ਨਾਲ ਬਾਬਾ ਬੁੱਢਾ ਜੀ ਕਹਿਣ ਲੱਗੇ, ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ, ਇੰਜ ਜਾਪਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਦੇ ਝਲਕਾਰਾ ਇਸ ਬੱਚੇ ਵਿੱਚ ਪਿਆ ਪੈਂਦਾ ਹੈ। ਹੁਣ ਦੇਖੋ, ਉਸ ਤੋਂ ਬਾਅਦ ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਜਿਸ ਨੂੰ ਕਹਿੰਦੇ ਹਾਂ, ਅਸਲ ਵਿੱਚ ਕੀਰਤਨਪੁਰ ਸਾਹਿਬ ਸ਼ਬਦ ਵਰਤ ਲੈਂਦੇ ਹਾਂ। ਪੁਰਾਤਨ ਗ੍ਰੰਥਾਂ ਦੇ ਵਿੱਚ ਸਦਾਮ ਕੀਰਤਪੁਰ ਹੀ ਆਇਆ ਹੈ। ਬਾਬਾ ਗੁਰਦਿੱਤਾ ਜੀ ਨੂੰ ਮੀਰੀ ਪੀਰੀ ਦੇ ਮਾਲਕ ਨੇ ਭੇਜਿਆ ਕੀਰਤਪੁਰ ਸਾਹਿਬ ਵਸਾਉਣ ਲਈ। ਜਦੋਂ ਕੀਰਤਪੁਰ ਸਾਹਿਬ ਭੇਜਿਆ ਹੈ, ਸਬੱਬ ਕਿਹੋ ਜਿਹਾ ਬਣਿਆ, ਕਿਉਂਕਿ ਆਪਾਂ ਆਉਣਾ ਹੈ 7ਵੇਂ ਪਾਤਸ਼ਾਹ ਤੇ। 7ਵੇਂ ਪਾਤਸ਼ਾਹ ਦੀ ਅਤੇ 6ਵੇਂ ਪਾਤਸ਼ਾਹ ਦੀ ਕੀ ਸੰਬੰਧੀ ਹੈ। ਹੁਣ ਕੀਰਤਪੁਰ ਸਾਹਿਬ ਵਿੱਚ ਬਾਬਾ ਗੁਰਦਿੱਤਾ ਜੀ ਦਾ ਵਿਆਹ ਰਚਿਆ ਜਾਂਦਾ ਹੈ ਅਤੇ ਜਿਹੜੀ ਜੰਝ ਹੈ ਉਹ ਵੀ ਉਸ ਗੁਰੂ ਨਾਨਕ ਦੇ ਕਿਰਪਾ ਦੇ ਨਾਲ ਇਹੋ ਜਿਹਾ ਸਬੱਬ ਬਣਿਆ। ਬਾਬਾ ਗੁਰਦਿੱਤਾ ਜੀ ਦੀ ਜੰਝ ਵੀ ਪਿੰਡ ਬਾਬਾ ਬਟਾਲਾ ਵਿਖੇ ਗਈ ਹੈ। ਬਾਬਾ ਬਟਾਲੇ ਇਹਨਾਂ ਦਾ ਹੁੰਦਾ ਹੈ ਵਿਆਹ ਅਤੇ ਇਹਨਾਂ ਦੇ ਘਰੇ 2 ਪੁੱਤਰਾਂ ਨੇ ਆਮਦ ਲਈ। ਪਹਿਲੇ ਪੁੱਤਰ ਸੀ ਧੀਰ ਮਲ ਅਤੇ ਦੂਸਰੇ ਪੁੱਤਰ ਸੀ ਜਿਨ੍ਹਾਂ ਦੇ ਗੁਣ ਗਾਇਨ ਕਰ ਰਹੇ ਹਾਂ 7ਵੇਂ ਪਾਤਸ਼ਾਹ ਹਰਰਾਏ ਸਾਹਿਬ ਜੀ ਮਹਾਰਾਜ। ਹੁਣ ਜਦੋਂ ਪਹਿਲੇ ਪੁੱਤਰ ਨੇ ਇਸ ਘਰ ਵਿੱਚ ਆਮਦ ਲਈ ਹੈ, ਬਾਬਾ ਗੁਰਦਿੱਤਾ ਜੀ ਦੇ ਘਰੇ ਮੀਰੀ ਪੀਰੀ ਦੇ ਮਾਲਕ ਦੇ ਵੱਡੇ ਪੋਤਰੇ ਦੀ ਆਮਦ ਜਦੋਂ ਹੋਈ ਤੇ ਗੁਰੂ ਸਾਹਿਬ ਨੇ ਜਦੋਂ ਵੱਡੇ ਪੋਤਰੇ ਨੂੰ ਚੱਕਿਆ, ਜਦੋਂ ਦਰਸ ਨਿਹਾਰਿਆ, ਹਰਗੋਬਿੰਦ ਰਾਏ ਪਾਤਸ਼ਾਹ ਧੀਰ ਮਲ ਨੂੰ ਗੋਦੀ ਵਿੱਚ ਲੈ ਕੇ ਕਹਿਣ ਲੱਗੇ, ਬਾਬਾ ਬੁੱਢੇ ਨੂੰ ਕਹਿਣ ਲੱਗੇ, ਬਾਬਾ ਜੀ
ਤੇ ਬਾਬਾ ਜੀ ਨੇ ਪੁੱਛਿਆ, ਬੁੱਢਾ ਸਾਹਿਬ ਪੁੱਛਣ ਲੱਗੇ, ਹਾਂਜੀ ਸਤਿਗੁਰੂ ਬੋਲੋ। ਉਹਨਾਂ ਨੇ ਇੱਕੋ ਹੀ ਬਚਨ ਕਿਹਾ, ਕਹਿਣ ਲੱਗੇ, ਬਾਬਾ ਜੀ ਪ੍ਰਿਥੀਏ ਨੇ ਬੱਬ ਦੁਸਰ ਧਰਾਏ। ਕਿਉਂਕਿ ਬੱਚਾ ਅਜੇ ਗੋਦੀ ਵਿੱਚ ਹੀ ਹੈ। ਕਹਿਣ ਲੱਗੇ, ਬਾਬਾ ਜੀ ਪ੍ਰਿਥੀਏ ਨੇ ਬੱਬ ਦੁਸਰ ਧਰਾਏ। ਤਾਇਆ ਜੀ ਫੇਰ ਪਰਤ ਕੇ ਘਰ ਵਿੱਚ ਆ ਗਏ। ਪ੍ਰਿਥੀਆ ਕੌਣ ਸੀ ਆਪਾਂ ਨੂੰ ਪਤਾ ਹੀ ਹੈ, ਜਿਹੜਾ ਪੰਚਮ ਪਾਤਸ਼ਾਹ ਦੇ ਵਿੱਚ ਜਿੰਨਾ ਚਿਰ ਜਿਉਂਦਾ ਸੀ ਵੈਰ ਕਮਾਉਂਦਾ ਰਿਹਾ ਸੀ। ਛੇਵੇਂ ਪਾਤਸ਼ਾਹ ਨੇ ਫੇਰ ਕਿਹਾ, ਬਾਬਾ ਜੀ ਪ੍ਰਿਥੀਏ ਨੇ ਬੱਬ ਦੁਸਰ ਧਰਾਏ। ਲੱਗਦਾ ਤਾਇਆ ਜੀ ਇਸ ਘਰ ਵਿੱਚ ਫੇਰ ਪਰਤ ਕੇ ਆ ਗਏ। ਇੰਨਾ ਕੁ ਸ਼ਬਦ ਵਰਤਿਆ। ਜਦੋਂ ਆਮਦ ਹੋਈ ਹਰ ਰਾਏ ਸਾਹਿਬ ਦੀ, ਉਦੋਂ ਇਸੇ ਹੀ ਗੁਰੂ ਨੇ ਬਚਨ ਕੀਤਾ, ਗੋਦ ਵਿੱਚ ਲੈ ਕੇ ਕਹਿਣ ਲੱਗੇ, ਬਾਬਾ ਜੀ ਆ ਵੱਡੀ ਚੀਜ਼ ਦਾ ਗਾਹਕ ਹੈ, ਮਾਲਕ ਆ ਗਿਆ ਘਰ ਦਾ। ਦੇਖਿਓ ਧੀਰ ਮਲ ਜਦੋਂ ਸੁਰਤ ਵਿੱਚ ਆਇਆ, ਥੋੜਾ ਵਡੇਰਾ ਹੋ ਕੇ, ਧੀਰ ਮਲ ਨੇ ਆਪਣਾ ਆਸਨ ਲਾ ਕੇ ਆਪਣੇ ਉੱਤੇ ਚੌਰ ਸਾਹਿਬ ਕਰਾਉਣ ਲੱਗ ਪਿਆ ਸੀ। ਹੂ ਬਹੂ ਇੱਥੇ ਦੇਖੀਏ ਪ੍ਰਿਥੀ ਚੰਦ, ਇੱਥੇ ਦੇਖੀਏ ਧੀਰ ਮਲ। ਜਦੋਂ ਆਪਾਂ ਕਹਿੰਦੇ ਆ ਉਹ ਬੰਦਾ ਕਿਤੇ ਚੜ੍ਹਾਈ ਕਰ ਜੇ ਜਾਂ ਸਾਡਾ ਖਹਿੜਾ ਛੁੱਟ ਜੇ ਉਹ ਤੋਂ, ਅਸਲ ਵਿੱਚ ਪਤਾ ਹੀ ਕੋਈ ਨਹੀਂ ਜੀ ਪਰਮਾਤਮਾ ਦੀ ਕੁਦਰਤ ਦਾ। ਇੱਥੇ ਜਿਉਂਦੀ ਜੀ ਆਪਾਂ ਕਹਿੰਦੇ ਆ ਖੇੜਾ ਛੁੱਟ ਜੇ, ਜੇ ਇਨਸਾਨ ਮਰ ਕੇ ਵੀ ਜਾਂਦਾ ਰਵੇ ਕਈ ਵਾਰੀ ਉਹ ਤੋਂ ਵੀ ਨਹੀਂ ਛੁੱਟਦਾ। ਪ੍ਰਿਥੀ ਚੰਦ ਚਲਾ ਗਿਆ ਸੀ, ਸਿੱਖਾਂ ਵਿੱਚ ਹੁੰਦਾ ਹੀ ਹੋਣਾ ਵੀ ਪ੍ਰਿਥੀ ਚੰਦ ਚਲਾ ਗਿਆ। ਪਰ ਜਦੋਂ ਧੀਰ ਮਲ ਹੂ ਬਹੂ ਉਹ ਜਿਹੀ ਕਾਰਨਾਮੇ ਕਰਨ ਲੱਗ ਪਿਆ, ਇਹਦੇ ਵਿੱਚ ਆ ਗਿਆ ਸਿੱਧਾ ਜਾ ਵੀ ਪ੍ਰਿਥੀ ਚੰਦ ਫਿਰ ਘਰ ਵਿੱਚ ਬੌੜ ਗਿਆ। ਜਦੋਂ ਹੁਣ ਕੀਰਤਪੁਰ ਸਾਹਿਬ ਲਈ ਵਸਾਉਣ ਵਾਸਤੇ ਭੇਜਿਆ ਸੀ ਬਾਬਾ ਗੁਰਦਿੱਤਾ ਜੀ, ਆਪ ਜੀ ਨੂੰ ਸਾਹਿਬ ਜੀ ਨੂੰ ਗਿਆਤ ਹੈ, ਆਪਾਂ ਸਭ ਹੀ ਉੱਥੇ ਦਰਸ਼ਨ ਕੀਤੇ ਨੇ। ਉੱਥੇ ਜੋ ਜਗ੍ਹਾ ਹੈ ਬਾਬਾ ਬੁੱਢਣ ਸ਼ਾਹ ਦੀ, ਤੇ ਉਹਦੀ ਜਿਹੜੀ ਇਤਿਹਾਸਕ ਆ ਥੋੜਾ ਜਿਹਾ ਆਪਾਂ ਸਾਂਝਾ ਕਰ ਲੈਂਦੇ ਹਾਂ। ਉਸ ਜਗ੍ਹਾ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਗਏ। ਗੁਰੂਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਗਏ। ਉਹ ਸਤਲੁਜ ਦੇ ਕੰਢੇ ਤੇ ਪਹਾੜੀ ਦੇ ਨਾਲ ਇੱਕ ਪਿੰਡ ਵਸਦਾ ਸੀ ਉਦੋਂ, ਉਹ ਸੀ ਪਿੰਡ ਦਾ ਨਾਮ ਡੋਗਰਾ। ਉਸ ਪਿੰਡ ਦਾ ਨਾਮ ਡੋਗਰਾ, ਅਸਲ ਵਿੱਚ ਉਹਨੂੰ ਉਸ ਸਮੇਂ 'ਚ ਦੋ ਘਰਾ ਆਖਿਆ ਜਾਂਦਾ ਸੀ। ਇਹਦੇ ਵਿੱਚ ਆਜੜੀ ਰਹਿੰਦਾ, ਉਹਦੇ ਧੀ, ਉਹਦੀ ਘਰ ਵਾਲੀ, ਉਹਦਾ ਪਰਿਵਾਰ ਰਹਿੰਦਾ ਸੀ। ਆ ਵੀ ਗੁਰੂ ਨਾਨਕ ਸਾਹਿਬ ਨੂੰ ਬੜੇ ਧਿਆਉਂਦੇ ਹੁੰਦੇ ਸੀ। ਗੁਰੂ ਨਾਨਕ ਸਾਹਿਬ ਦੇ ਏਕਾਂਤ ਮੌਲ ਵਿੱਚ ਕੁਝ ਸਮਾਂ ਇੱਥੇ ਟਿਕੇ। ਆਜੜੀ ਨੇ ਬੇਨਤੀ ਕੀਤੀ ਸੀ, ਸਤਿਗੁਰੂ ਮੇਰੇ ਘਰੇ ਪ੍ਰਸ਼ਾਦਾ ਛਕ ਕੇ ਜਾਇਓ। ਉੱਥੇ ਹੁਣ ਜਿਹੜਾ ਬੁੱਢਣ ਸ਼ਾਹ ਹੈ, ਸ਼ਕਤੀ ਵੀ ਇਸ ਦੇ ਅੰਦਰ ਹੈ। ਇਸਨੇ ਸਾਈਂ ਦਾ ਨਾਮ ਵੀ ਬਹੁਤ ਜਪਿਆ ਹੈ, ਪਰ ਮਨ ਵਿੱਚ ਹਿਰਦੇ ਅੰਦਰ ਟਿਕਾ ਨਹੀਂ, ਅੰਦਰ ਟਿਕਾ ਨਹੀਂ ਇਸ ਦਾ। ਗੁਰੂ ਨਾਨਕ ਸਾਹਿਬ ਜਦੋਂ ਪਹੁੰਚੇ ਨੇ, ਦਰਸ ਨਿਹਾਰਿਆ ਗੁਰੂ ਨਾਨਕ ਸਾਹਿਬ ਦਾ। ਹੁਣ ਦੇਖੀਏ ਇਹਦੇ ਜਿਹੜੇ ਹਨ ਉਸ ਪਹਾੜੀ ਤੇ ਬੱਕਰੀਆਂ ਨੇ। ਕਹਿਣ ਲੱਗੇ ਦੁੱਧ ਚੋ ਕੇ ਲਿਆ ਕੇ ਤੌਲੇ ਦੇ ਵਿੱਚ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਹੈ। ਕਹਿੰਦੇ ਗੁਰੂ ਸਾਹਿਬ ਜੀ, ਬੁੱਢਣ ਸ਼ਾਹ ਕਹਿਣ ਲੱਗੇ ਅੱਜ ਕਰੋ ਕਿਰਪਾ, ਮੇਰੀ ਅਰਜ਼ ਕਬੂਲੋ, ਆਸੇ ਅਤੇ ਇਸ ਦੁੱਧ ਨੂੰ ਛਕਣਾ ਕਰੋ। ਤੇ ਗੁਰੂ ਨਾਨਕ ਸਾਹਿਬ ਨੇ ਇੱਕੋ ਬਚਨ ਕੀਤਾ, ਕਹਿਣ ਲੱਗੇ ਸਾਈਂ ਵਾਲਿਆ, ਜਿਹੜਾ ਦੁੱਧ ਹੈ ਅਸਾਂ ਨੇ ਹੁਣ ਨਹੀਂ ਛਕਣਾ। ਤੇ ਬੁੱਢਣ ਸ਼ਾਹ ਬੋਲਿਆ, ਗੁਰੂ ਸਾਹਿਬ ਕੀ ਮੇਰਾ ਦੁੱਧ ਪ੍ਰਵਾਨ ਨਹੀਂ? ਕਹਿਣ ਲੱਗੇ ਪ੍ਰਵਾਨ ਹੈ, ਪਰ ਅਸੀਂ ਆਹ ਦੁੱਧ ਨਹੀਂ ਛਕ ਸਕਦੇ ਹੁਣ। ਗੁਰੂ ਸਾਹਿਬ ਕਿਉਂ? ਕਿਉਂਕਿ ਆਜੜੀ ਦਾ ਜਿਹੜਾ ਪਰਿਵਾਰ ਸੀ ਉਹ ਗਰੀਬ ਪਰਿਵਾਰ ਬੇਨਤੀ ਪਿਆ ਕਰਦਾ ਸੀ, ਸਾਡੇ ਘਰੇ ਗੁਰੂ ਸਾਹਿਬ ਪ੍ਰਸ਼ਾਦਾ ਪਾਣੀ ਆ ਕੇ ਛਕੋ। ਕਹਿੰਦੇ ਉੱਥੇ ਜਾ ਕੇ ਛਕਣਾ ਹੈ।
गुरु साहब फिर मेरी जिहड़ी आ बेनती है ते मेरा जिहड़ा दुध है इसकी प्रवानगी नहीं। गुरु साहब बोले साईं आलिया प्रवानगी है, छेवें जामे च तू भावें ना बुलाई असीं आवाज़ मार के दुध लै लवांगे। ते गुरु साहब अगे बेनती की, गुरु साहब आमद बड़ी अगे हो गई है मेरी, भाव उम्र मेरी पहला ही बहुत वडेरी हो गई है। ते गुरु साहब कहन लगे पहला उम्र वडेरी हुई, हुण जिहड़ी उम्र गां होवेगी वो टिका दे विच होवेगी। देखियो जरा, जदों इंसान विच टिका नहीं ते भावें वो छोटा जवाक ही होवे ते भावें वो जवान अवस्था 20-25 सालां दा भी अंदर टिका नहीं, वो रोज़ ही कहंदा भी मैं मरिया ही चंगा। जिहदे अंदर टिका है, जिहदे अंदर खुशी है, वो 70 सालां दा होके भी कहंदे अजे जीए ही की है, मेरे अंदर टिका, मैं होर जिउणा चाहुंदा। टिका वाले वो कहण लगे हुण टिका रहेगा। रहमतां दा हथ जदों बुढ़ण शाह दे सिर ते रखिया वाकई टिका मिलिया। जदों मीरी पीरी दे मालक इत्थे पहुंचदे इस पहाड़ी ते, बुढ़ण शाह की आमद बहुत हो गई। भाई वीर सिंह कहते ने, कहते मनोत है, मनोत दे विच जिहड़ी रवायत कहने आ, रवायत विच है भी 175 साल उम्र। कई जिहड़ी रवायतां ने उन्हां दी मनोत है भी 450 साल तो उपर बाबा बुढ़ण शाह की उम्र हो चुकी सी। जदों मीरी पीरी दे मालक पहुंचे ने, बुढ़ण शाह की उम्र वडेरी है, आवाज़ मारी साईं वालिया दुध। दूजी वारी जदों उन्हें देखिया इधर उधर फिर बैठ गए बुढ़ण शाह। दूजी वारी फिर आवाज़ मारी, भाई वीर सिंह कहन लगे दूजी वारी मीरी पीरी दे मालक ने आवाज़ मारी, बुढ़ण शाह ओ साईं वालिया मेरा दुध। तीजी वारी जो आवाज़ मारी, ओ साईं वालिया मेरा दुध। ते अज 2 किरपाना मीरी पीरी दे मालक ने गुरु नानक साहब ने इस जामे विच पाईयां। इस जामे विच झलकारा पिया, गुरु नानक साहब दा आण चरनी डिग पिया है, दुध छकिया। ओही कीर्तनपुर दा इलाका है, ओही धरती है जिस धरती ते बाबा गुरदित्ता जी इन्हां दे ग्रह विखे धीर मल अते 7वें पातशाह हरराय साहब जी आमद हुई है। इत्थे ही बचन जो सी पृथ्वी ने बबदुसर तराए। हुण जदों गुरु हरगोबिंद राय साहब जी दे हयाती दे विच शरीर रूपी स्वस्थ दे विच इन्हां दे होंद दे विच 2 पुत्र चढ़ाई कर गए सन। बाबा गुरदित्ता जी भी चलाना कर गए सन अते बाबा अटल राय साहब जी भी चलाना कर गए सन। हुण गुरु साहब जदों बाणी विच पढ़दे आ, ना हरख ना सोग ना खुशी ना गम। वो किवें गुरु जी? क्योंकि सब तो पहला आ गुरु साहब ने अपने घरे शब्द वरते हुए ने। बाबा अटल राय, आपां सारे ही इस विचार नूं, इस साखी नूं बूह बहून्यू समझते हैं। जो आपां अमृतसर जदों जाने हाँ दरबार साहब, सब तो उच्चा स्थान बाबा अटल राय साहब जी का है। उत्थे ही बाबा अटल राय ने अपना शरीर रूपी चोला छड्डिया सी। क्योंकि छोटी अवस्था बच्चे होने करके आ खेडदे सी, जदों डाई आ गई, वारी आ गई खेडण ते मोहन दी, ते भाई मोहन नूं कहा सी बाबा अटल राय ने, मोहन हुण समा ज्यादा हो गया, सवेरे तू डाई तू देनी है, तेरे सिर वारी है। जदों दूजा दिन होया ते किसी कारण करके मोहन नूं रवायतां विच है भी सप ने डंग मारिया ते मोहन की मौत हो गई। अते इसदे माँ प्यो रोंदे ने, कुछ इन्हां दे घरे सज्जण इकट्ठे ने, बाबा अटल राय साहब डीकदे ने। आ सारे दा सारा प्रसंग चरना ते बेनती है संगतां दे लैके मैं हरराय साहब जी वाली जाना है।
उस तो पहला तकीए तो सही, हरगोबिंद राय साहब जी महाराज वाकई ही सोग ते हरख दोनों तो रहत ने जी। ते जदों इत्थे डिगदे रहे, मोहन आया ना, किसी बच्चे नूं भेजिया भी देखो तो सही मोहन लुकदा फिरदा अज डाई देनी है अते इस तो अज वारी लैके छड्डनी। ते जदों वो कोई गया उत्थे आके दसिया, कहन लगे अटल राय जी मोहन तो चढ़ाई कर गया। वो कहन लगे चढ़ाई नहीं आ बहाने मारदा है, बहाने करदा पिया भी उसनों डाई ना देनी पई। जदों उत्थे गए है ते कहन लगे ओ मोहन खड़ा हो साड़ी डाई दे। कईयां ने कहा भी खुंडी पाई गल दे विच ते खड़ा कर लिया। खैर जदों आए ने आ खेडे ने, मीरी पीरी दे मालक नूं जदों पता लग्या, पता लग के एको ही बचन कीता सी अटल राय, एक म्यान दे विच दो तलवारां कदे नहीं पै सकदियां। ते हथ जोड़े ने गुरु साहब की होया, कहन लगे परमात्मा दी कुदरत दे नाल आपां कौन होने आ छेड़छाड़ करन वाले। जो उसने आयु आमद लिख दी है उन्हें ही भोग के जानी है। ना इत्थे कोई किसी नूं जवाल सकता है, ना इत्थे किसी नूं कोई मार सकता है। अटल राय तू जो जीवन दान दे के करके आया है, तू परमात्मा दी कीती ते किंतु करके आया है। ते या तुसी शरीर छड्डो या सानू छड्डना पएगा। जदों हाथ जोड़ के बेनती की गुरु साहब बख्श लवो, जदों वो जो स्थान नूं तकदे हाँ, दर्शन करते हाँ, उत्थे आप जिन्हें तकिया होना उत्थे थड़े बने हुए ने। इमारत उच्ची है, हर इमारत ते थड़ा, छोटे छोटे थड़े ने। उत्थे जाके बाबा अटल राय उस जोत विच ज्योति समा गए। गुरु नानक साहब जी दे चरनां दा ध्यान करते हुए सरीर रूपी चोड़े नूं त्याग गए। जो इन्हां दा साधु सी साईं दास डरोली तो आया जी इत्थे, उन्हें आके मीरी पीरी दे मालक नूं कहा, सतगुरु आ की होया, तुहाडे विच गम नहीं, तुहाडा पुत्र चढ़ाई कर गया है। उन्होंने एक गल कही सी, कहंदे साईं दास इंज कर, धरती ते लकीर खिंच। ते उसने उंज ही करिया। साईं दास ने धरती ते लकीर खिंची। जदों फिर कहन लगे गुरु साहब हुण, कहन लगे हुण इस लकीर नूं मिटो दे। जदों लकीर नूं मिटोई, कहन लगे साईं दास समझ आई कुछ? कहन लगे नहीं गुरु जी समझ नहीं आई। कहन लगे जेड़ा आह संसार है, आह एक धरती, आह एक जमीन, कहन लगे सत बचन, कहन लगे इत्थे जेड़े जी हन परमात्मा दे पैदा कीते होए सारे दे सारे लकीरां ने। तू तक खां, जदों तू लकीर खिंची तेनों कोई खुशी हुई? कहन लगे नहीं। कि जदों तू लकीर नूं मुटोया तेनों कोई गम होया, दुख होया? कहन लगे नहीं। कहन लगे उवें ही परमात्मा दी बनाई हुई विधा धरती है ते ना ही इत्थे जी पैदा करन जदों लकीर खिंचदा है, ना ही कोई खुशी है, ना ही जदों इन्हां जीआं नूं मिटाउंदा है, लकीर नूं मिटाउंदा है, ना ही कोई गम है। आपे हियाती दे विच बाबा गुरदित्ता जी ने चलाना कीता, बाबा अटल राय जी ने चलाना कीता। जो रवायतां हन इत्थे हुण गुरु साहब जी हरराय साहब जी टिके ने। इस तो गां विचार गुरु साहब फिर किरपा करन। हरराय साहब जी महाराज हुण ध्यान देना, हरराय साहब मीरी पीरी मालक दे पोतरे ने, गुरदित्ता साहब जी दे पुत्र ने। इन्नियां कि बेनतियां जी प्रवान करियो, होइयां भुलां दी खिमा, गलतियां दी माफ़ी। वाहिगुरू जी का खालसा, वाहिगुरू जी की फतेह।